जय मसीह दी प्रेज लॉर्ड हालेलुया जिंदा परमेश्वर यीशु मसीह दे नाम च जी आया नु कहंदियां आमीन आमीन। प्यारे पिता जी धन्यवाद हो तुहाडा शुक्रगुजार करदियां पवित्र आत्मा सहायता जी। वेलकम यीशु मसीह दे नाम च मनु ओ गार्डिन और फूड और स्पिरिचुअल फूड नाल मसा करो जो अज मैं जिंदा परमेश्वर यीशु मसीह दे नाम च यूट्यूब चैनल ते रिलीज़ करना है। और पिता जी जिंदा परमेश्वर पिता परमेश्वर मुक्तिदाता जी ए वचन तुहाडे ने दो धारी तलवार है जिथे तक पिता जी तुहाडे वचन धरती ते पूरे नहीं होंदे और पिता जी इंसान दी अखां नहीं खुलदियां। और प्यारे पिता जी जो लोकी विश्वास करते हैं तुहाडे वचनां ते मस्टर्ड दे सीड जिन्ना जो विश्वास करते हैं कि तुसी साडे मुक्तिदाता तुसी स्वर्ग तो धरती ते आके पिता परमेश्वर दे हुक्म दी पालना करके साडे लई कई तरह के तुहाडे मूँह ते थप्पड़ मारे गए तुहाडे मूँह ते थुक्या गया तुहाडी अख ते पट्टी बन के सिर ते काना मारे गए तुहाडे ठट्ठे और मखौल किए गए तुहानू कोड़े मारे गए तुहाडा खून बहाया गया तुहानू गालियां कड्डियां गईयां। पिता जी उस तरह ही सानू साडे परिवारां नू पूरी सृष्टि दे कौम नू हंबल और हीन करो क्योंकि मेरे पिता जी जदों इस दुनिया दे विच इंसान कोई प्रॉब्लम च हुंदा ओह बदला लैण दी कोशिश करदा है और प्यारे पिता जी वो बदला नहीं लै सकता क्योंकि यह हुक्म और इन्हां दी जिंदगी च जो तुसी प्लैनिंग की वो वश पूरे होने हैं ए मैन। और प्यारे पिता जी लोगों के दिलों दी अखां नू खोलो उन्होंने रोशनी और सच्चाई की राह दिखाओ उन्होंने हर बुराइयों तो हंकार झूठ लोभ लालच तो छुटकारा दो उन्होंने बुत परस्तियों तो छुटकारा दो उन्होंने जादू टूने करन तो छुटकारा दो उन्होंने हीरा फेरियां तो छुटकारा दो उन्होंने हर किस्म के लाशना तो छुटकारा दो जीसस ने आमीन। जिंदा परमेश्वर यीशु के नाम से आप वचना तो शुरू करते हैं आमेन। जरमाया चैप्टर 1 वर्स 10 अज मैं तेनू कौम अते राजे उत्ते निजदोक कीता है तू अखेड़ अते ढा दे तू तबाह कर दे सवार अते अगा। इहदा मतलब तुसीं समझदे हो परमेश्वर कहते हैं कि अज मैं तेनू कौम का एक हाकम बनाया है। ਜਦੋਂ ਅਸੀਂ ਬੁਰਾਈ ਕਿਸੇ ਨੂੰ ਦੇਖਦੇ ਹਾਂ ਜਾਂ ਕੋਈ ਅੱਛਾ ਦੇਖਦੇ ਹਾਂ ਤੇ ਉਹਨਾਂ ਨੂੰ ਸਲਾਹ ਲੈਂਦੇ ਹਾਂ ਤੇ ਜਦੋਂ ਅਸੀਂ ਕੋਈ ਬੁਰਾਈ ਦੇਖਦੇ ਹਾਂ ਜਾਂ ਤੇ ਉਹਨੂੰ ਦੇਖ ਕੇ ਪਿੱਛੇ ਹਟ ਜਾਂਦੇ ਹਾਂ ਤੇ ਜਾਂ ਅਸੀਂ ਹੋਰ ਉਹਨਾਂ ਨੂੰ ਨਿੰਦਿਆ ਕਰ ਦਿੰਦੇ ਹਾਂ ਤੇ ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਖਤਮ ਕਰ ਸਕਦੇ ਹਾਂ ਪ੍ਰਾਰਥਨਾ ਦੇ ਥਰੂ ਕਿਉਂਕਿ ਪਰਮੇਸ਼ਰ ਨੇ ਕਿਹਾ ਤੈਨੂੰ ਅੱਜ ਮੈਂ ਤੈਨੂੰ ਕੌਮ ਅਤੇ ਰਾਜਾ ਉੱਪਰ ਨਿਜਦੋਕ ਕੀਤਾ ਤੂੰ ਅਖੇੜ ਅਤੇ ਢਾ ਦੇ ਔਰ ਤਬਾਹ ਕਰ ਦੇ ਸਵਾਰ ਅਤੇ ਅਗਾ। ਸਵਾਰ ਅਤੇ ਅਗਾ ਜਦੋਂ ਅਸੀਂ ਸਵਾਰਦੇ ਹਾਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਬੜਾ ਹਾਰਡ ਹੁੰਦਾ ਹੈ ਬੜਾ ਮੁਸ਼ਕਲ ਹੁੰਦਾ ਹੈ ਖਾਸ ਕਰਕੇ ਮੇਰੇ ਵਰਗੇ ਨੂੰ ਤਾਂ ਬੜਾ ਹੀ ਮੁਸ਼ਕਲ ਹੁੰਦਾ ਹੈ। ਪਿਛਲੇ ਦਿਨਾਂ 'ਚ ਜਦੋਂ ਕਿ ਸਾਡੇ ਪਰਿਵਾਰ ਵਿੱਚ ਬਹੁਤ ਵੱਡੀ ਪ੍ਰੋਬਲਮਸ ਆ ਗਈ ਲਾਸਟ ਟੂ ਸੰਡੇ ਦੀ ਗੱਲ ਹੈ ਲਾਸਟ ਟੂ ਲਾਸਟ ਸੰਡੇ ਦੀ ਗੱਲ ਹੈ ਇਟਸ ਵੈਰੀ ਡਿਫਿਕਲਟੀ ਸੀ ਔਰ ਮੇਰੇ ਬੱਚਿਆਂ ਨੇ ਮੈਨੂੰ ਘਰ 'ਚ ਕੈਦ ਕਰਕੇ ਰੱਖਿਆ ਸੀ ਕਿ ਮੰਮੀ ਤੂੰ ਨਹੀਂ ਜਾਣਾ ਤੇ ਮੇਰਾ ਬੇਟਾ ਖੁਦ ਚਲਾ ਗਿਆ ਸੀ ਪ੍ਰੋਬਲਮ ਸੋਰਟ ਲਈ ਪਰ ਮੈਂ ਪਰਮੇਸ਼ਰ ਦਾ ਸ਼ੁਕਰ ਕਰਨ ਲਈ ਮੈਂ ਆਪਣੇ ਘਰ 'ਚ ਬੈਠ ਕੇ ਪ੍ਰਾਰਥਨਾ ਕਰ ਸੀ। ਮੈਂ ਕਿਹਾ ਪਰਮੇਸ਼ਰ ਜੀ ਜੋ ਇਸ ਟਾਈਮ ਸੰਕਟ ਆਇਆ ਮੇਰੀ ਫੈਮਿਲੀ ਦੇ ਵਿੱਚ ਮੇਰੇ ਪਰਿਵਾਰ 'ਚ ਉਸ ਦਿਨ ਮੈਂ ਚਰਚ ਵਿੱਚ ਹੈਗੀ ਸੀਗੀ ਔਰ 10:30 ਵਜੇ ਮੈਨੂੰ ਚਰਚ 'ਚ ਕੋਲ ਆਈ ਤੇ ਮੈਂ ਰਿਸੀਵ ਕੀਤਾ ਸਿਸਟਰ ਦਾ ਤੇ ਉਹਨਾਂ ਨੇ ਦੱਸਿਆ ਕਿ ਇੱਦਾਂ ਹੋ ਗਿਆ। ਮੈਂ ਪਰਮੇਸ਼ਰ ਨੂੰ ਚਰਚ ਵਿੱਚ ਹੀ ਕਿਹਾ ਪਰਮੇਸ਼ਰ ਜੀ ਅਸੀਂ ਸਾਡਾ ਪਲਾਨ ਕੁਛ ਹੋਰ ਹੁੰਦਾ ਔਰ ਤੁਹਾਡਾ ਪਲਾਨ ਸਾਡੇ ਤੋਂ ਪਰਫੈਕਟ ਔਰ ਵੰਡਰਫੁਲ ਹੁੰਦਾ ਹੈ। ਹੋ ਸਕਦਾ ਹੈ ਕਿ ਇਸ ਪਲਾਨ ਦੇ ਵਿੱਚ ਪਰਮੇਸ਼ਰ ਜੀ ਉਸ ਬੱਚੇ ਦੀ ਭਲਾਈ ਹੋਵੇ ਆਮੇਨ। ਤਾਂ ਜੋ ਉਸ ਬੱਚੇ ਦੇ ਅਗੇਂਸਟ ਜੋ ਬੀਜ ਸੀਡ ਬੀਜਿਆ ਗਿਆ ਉਹਦੀ ਫਸਲ ਅਸੀਂ ਯਿਸੂ ਦੇ ਪਵਿੱਤਰ ਖੂਨ ਨਾਲ ਧੋ ਕੇ ਕੈਂਸਲ ਕਰ ਦਿੱਤੀ ਹੈ ਆਮੇਨ। ਔਰ ਜਿਨ੍ਹਾਂ ਲੋਕਾਂ ਨੇ ਉਸ ਬੱਚੇ ਦੇ ਲਈ ਜਾਂ ਉਸ ਪਰਿਵਾਰ ਦੇ ਲਈ ਇੱਕ ਫਸਲ ਜ਼ਹਿਰੀਲੀ ਜੜ ਉਸ ਬੱਚੇ ਦੀ ਬੋਡੀ 'ਚ ਗਰੋਇਨ ਕਰਨ ਵਾਸਤੇ ਰਿਲੀਜ਼ ਕੀਤੀ ਸੀ ਉਸ ਫਸਲ ਨੂੰ ਯਿਸੂ ਦੇ ਖੂਨ ਤੋਂ ਕਿ ਕਲੀਂਸ ਕੀਤਾ ਆਮੇਨ। ਤੇ ਜੇ ਅਸੀਂ ਬਦਲਾ ਲੈਣ ਦੀ ਕੋਸ਼ਿਸ਼ ਕਰੀਏ
ਅਸੀਂ ਉਹ ਇਨਸਾਨਾਂ ਅੰਗਰੋਂ ਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੁੰਦਾ। ਸਾਨੂੰ ਇੱਥੋਂ ਪਛਾਣਨਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਪਰਮੇਸ਼ਰ ਦੇ ਬੇਟੇ ਔਰ ਬੇਟੀਆਂ ਹੈਗੇ ਹਾਂ। ਆਮੇਨ। ਤਾਂ ਮੈਂ ਧੰਨਵਾਦ ਕਰਦੀ ਹਾਂ। ਮੈਂ ਘਰ 'ਚ ਸਾਰਾ ਦਿਨ ਸੰਡੇ ਤੜਫ 'ਚ ਸੀ, ਤਕਲੀਫ 'ਚ ਸੀ ਕਿ ਜਾ ਕੇ ਫੇਸ ਟੂ ਫੇਸ ਮੇਰੀ ਸਿਸਟਰ ਨੂੰ, ਪਰਿਵਾਰ ਨੂੰ ਦੇਖਾ। ਪਰ ਐਨਮੀ ਹੈ ਨਾ ਘਰ 'ਚ, ਮੇਰੇ ਬੱਚੇ ਬਲੀਵਰ ਨਹੀਂ ਹੈਗੇ, ਐਨਮੀ ਅਟੈਕ ਕਰਦੀ ਹੈ ਤੁਹਾਡੇ ਥਰੂ। ਜਦੋਂ ਤੁਸੀਂ ਬਲੀਵਰ ਹੁੰਦੇ ਹੋ ਤੁਹਾਨੂੰ ਡੇਗਣ ਦੀ ਕੋਸ਼ਿਸ਼ ਕਰਦਾ ਹੈ ਐਨਮੀ ਕਿ ਇਹ ਪਰਮੇਸ਼ਰ 'ਤੇ ਭਰੋਸਾ ਨਾ ਰੱਖਣ। ਪਰ ਮੈਂ ਪਰਮੇਸ਼ਰ ਦਾ ਭਰੋਸਾ ਇੰਨੀ ਜਗੜ ਕੇ ਫੜਿਆ ਹੈ। ਮੈਂ ਪਰਮੇਸ਼ਰ 'ਤੇ ਵਿਸ਼ਵਾਸ ਕਰਦੀ ਹਾਂ ਕਿ ਮੇਰੇ ਪਰਮੇਸ਼ਰ ਨੇ, ਮੇਰੇ ਮੁਕਤੀਦਾਤਾ ਨੇ, ਮੇਰੇ ਜਿੰਦਾ ਪਰਮੇਸ਼ਰ ਨੇ ਉਸ ਐਨਮੀ ਦੇ ਪਲਵੈਨ ਨੂੰ, ਉਸ ਜ਼ਹਿਰੀਲੀ ਜੜ ਨੂੰ ਯਿਸੂ ਦੇ ਖੂਨਾਂ ਤੋਂ ਕੇ ਕਲੀਂਸ ਕਰਤਾ ਹੈ। ਆਮੀਨ। ਔਰ ਮੈਂ ਪ੍ਰਾਰਥਨਾ ਕਰਦੀ ਹਾਂ ਉਹਨਾਂ ਲੋਕਾਂ ਦੇ ਲਈ ਜਿਨ੍ਹਾਂ ਨੇ ਉਹਦੀ ਜ਼ਿੰਦਗੀ ਦੇ ਵਿੱਚ ਜ਼ਹਿਰੀਲੀ ਜੜ ਨੂੰ ਗਰੋਥ ਕੀਤਾ ਸੀ। ਪਰਮੇਸ਼ਰ ਉਹਨਾਂ ਨੂੰ ਮਾਫ ਕਰ ਦੇ ਔਰ ਉਹਨਾਂ ਨੂੰ ਜ਼ਿੰਦਗੀਆਂ 'ਚ ਪਿਤਾ ਜੀ ਉਹਨਾਂ ਦੀਆਂ ਪਾਪਾਂ ਲਈ ਪਰਮੇਸ਼ਰ ਨੇ ਕੋੜੇ ਖਾਦੇ ਸੀ ਔਰ ਪਰਮੇਸ਼ਰ ਕਾਇਲ ਹੋਇਆ ਸੀ ਉਹਨਾਂ ਦੇ ਪਾਪਾਂ ਲਈ। ਪਰਮੇਸ਼ਰ ਉਹਨਾਂ ਦੇ ਦਿਲਾਂ ਨੂੰ, ਉਹਨਾਂ ਦੇ ਸੋਚ ਨੂੰ ਆਪਣੇ ਪਾਕ ਲਹੂ ਪਵਿੱਤਰ ਖੂਨ ਨਾਲ ਧੋ ਕੇ ਕਲੀਂਸ ਕਰਕੇ ਬਦਲ ਦੇਣ। ਆਮੀਨ। ਔਰ ਪਵਿੱਤਰ ਆਤਮਾ ਸਹਾਇਤਾ ਸਾਡੀ ਮਦਦ ਕਰਦੀ ਹੈ। ਆਮੇਨ। ਹੁਣ ਮੈਂ ਤੁਹਾਨੂੰ ਹੋਰ ਵਚਨ ਦਿੰਦੀ ਹਾਂ ਯਿਸੂ ਮਸੀਹ ਦੇ ਨਾਮ 'ਚ। ਥੈਂਕ ਯੂ ਜੀਸਸ। ਚਾय पीनी है तो आ जाओ, मोस्ट वेलकम। जीसस नेम, आमेन। नताशा पोस्ट चेक करना सी। मत्ती दी इंजील चैप्टर 18 वर्स 18, 19, 20, 21, 22, 23, 24, 25 तक ने। आमेन। मत्ती दी इंजील चैप्टर 18 वर्स 18। मैं तुहानू सच आख दांगी जो भी निर्णय तुसी इस धरती ते करो वो परमेशर दोबारा निर्णय कीता होवे। जो कुछ भी तुसी धरती ते माफ़ करो वो माफ़ी परमेशर दी दित्ती हुई माफ़ी होवे। 19 वर्ष। मैं तुहानू यह भी कहंदा जे तुसी दो जाने धरती उत्ते किसी गल लई मंगो तां उस लई बेनती उसदी उसदे ਲਈ ਬੇਨਤੀ ਕਰੋ ਸਕਦੇ ਹੋ ਅਤੇ ਜੋ ਵੀ ਤੁਸੀਂ ਮੰਗੋ ਉਹ ਤੁਹਾਡੇ ਲਈ ਮੇਰੇ ਸਵਰਗੀ ਪਿਤਾ ਦੁਆਰਾ ਪੂਰੀ ਕੀਤੀ ਜਾਏ। ਹੁਣ ਇਸ ਵਚਨ ਤੇ ਮੈਂ ਰੁਕ ਕੇ ਤੁਹਾਨੂੰ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ। ਮੇਰੇ ਪਰਮੇਸ਼ਰ, ਮੇਰੇ ਮੁਕਤੀਦਾਤਾ ਦੇ ਇੱਕ ਇਹੀ ਦਾਸੀ ਹੈ ਇਸ ਘਰ 'ਚ, ਕਿਉਂਕਿ ਮੇਰੇ ਪਰਮੇਸ਼ਰ ਨੇ ਮੇਰੇ ਘਰ 'ਚ ਹਜੇ ਮੇਰੇ ਪਰਿਵਾਰ ਨੂੰ ਮੁਕਤੀ ਦਾ ਰਾਹ ਨਹੀਂ ਦਿਖਾਇਆ। ਔਰ ਪਰਮੇਸ਼ਰ ਦੇ ਵਚਨ ਹੀ ਮੇਰੇ ਨਾਲ ਵਾਅਦਾ ਹੈ ਜਿੱਦਾਂ ਅਬਰਾਮ ਔਰ ਸੈਰਾ ਨਾਲ ਵਾਅਦਾ ਸੀ, ਤੇਰਾ ਆਪਣੀ ਅਸਲ ਔਲਾਦ ਤੇਰੀ ਪ੍ਰੋਪਰਟੀ ਦੀ ਵਾਰਸ ਹੋਏਗੀ। ਅਬਰਾਮ ਦੀਆਂ ਦੋ ਪਤਨੀਆਂ ਸੀ, ਇੱਕ ਹਾਜਰਾ ਸੀ ਜੋ ਮਿਸਰ ਦੇਸ਼ ਦੀ ਦਾਸੀ ਸੀ ਸੈਰਾ ਦੀ, ਔਰ ਉਹਦੇ ਤੋਂ ਜਿਹੜਾ ਉਹਦਾ ਬੇਟਾ ਹੋਇਆ ਸੀ ਉਹ ਅਬਰਾਮ ਦਾ ਜਾਇਦਾਦ ਦਾ ਹੱਕਦਾਰ ਨਹੀਂ ਬਣਿਆ ਸੀ। ਤੇ ਅਬਰਾਮ ਦਾ ਜਿਹੜਾ ਅਸਲ ਬੇਟਾ ਪੈਦਾ ਹੋਇਆ ਸੀ ਸੈਰਾ ਤੋਂ ਪੈਦਾ ਹੋਇਆ ਸੀ ਇਸਾਕ। ਔਰ ਪਰਮੇਸ਼ਰ ਨੇ ਉਹ ਵਾਅਦਾ ਉਹਦੇ ਲਈ ਰੱਖਿਆ ਸੀ। ਇਸ ਤਰ੍ਹਾਂ ਹੁਣ ਜਿਹੜਾ ਇਹ ਪਰਮੇਸ਼ਰ ਦੇ 19 ਵਰਸ ਮੈਂ ਪੜ੍ਹਿਆ ਹੈ, ਤੁਸੀਂ ਮੰਗੋ ਉਹ ਕਰੋ। ਜੇ ਤੁਸੀਂ ਦੋ ਜਾਣੇ ਧਰਤੀ 'ਤੇ ਕਿਸੇ ਗੱਲ ਲਈ ਮੰਗੋ ਤਾਂ ਤੁਹਾਡੇ ਲਈ ਬੇਨਤੀ ਕੀਤੀ ਹੋ ਸਕਦੀ ਹੈ। ਤੇ ਮੈਂ ਜਦੋਂ ਇਹ ਪ੍ਰਾਰਥਨਾ ਕਰ ਰਹੀ ਸੀ ਸਵੇਰੇ, ਇਹ ਵਚਨ ਜਦੋਂ ਮੈਨੂੰ ਪਰਮੇਸ਼ਰ ਨੇ ਅੱਜ ਸਵੇਰੇ ਦਿੱਤੇ ਸੀ, ਮੈਂ ਕਿਹਾ ਪਰਮੇਸ਼ਰ ਜੀ ਮੇਰੇ ਘਰ ਦੇ ਵਿੱਚ ਤਾਂ ਮੈਂ ਅਕੇਲੀ ਪਰਮੇਸ਼ਰ ਤੇਰੀ ਦਾਸੀ ਔਰ ਤੇਰੀ ਬੇਟੀ ਹਾਂ, तेरी पत्नी आ, तो मेरा पति मेरा परमेश्वर है, तो मेरा सिरजनहार है, तो मेरा करतार है, तो सेना दा यहोवा है। हुण मैं दो जानियां नूं कित्थों लियावांगी प्रार्थना लिए बेनती कर लई जो इस टाइम सृष्टि ते हो रहे ने, जो मेरे परिवारां च हो रहे ने, जो मेरे नेबरां च हो रहे ने, जो कौम च हो रहे ने, मैं उन्हां दे लई बेनती दो जानियां नाल किद्दां करा। फिर मैं कहा प्यारे पिता जी मैं सहायता मदद गार्ड नूं रिसीव करके मदद मंगदी हां। सहायता पवित्र आत्मा जी मैं प्रार्थना करके वचनों को क्लेम कर दिया और मेरी मदद करना और मनु आमीन विच सहायता करना। जीसस नेम आमीन। फिर मैं वचनों को पढ़ के पवित्र आत्मा की सहायता नाल फिर वचनों को मैं तुहाडे तक अज पहुँचा रही हाँ। आमीन। मंगो तुसी लई बेनती करो अते जो भी तुसी मंगो वो तुहाडे लई मेरा स्वर्गी पिता दोबारा पूरी की जाए। ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਨਾ ਤੇ ਇਕੱਠੇ ਹੋਣ ਤਾਂ ਮੈਂ ਉਹਨਾਂ ਦੇ ਨਾਲ ਉੱਥੇ ਹੋਵਾਂ। ਪ੍ਰੇਜ਼ ਲੋਰਡ।
ਸੁਣੋ, ਮੈਂ ਤੁਹਾਨੂੰ ਸੱਪਾਂ ਅਤੇ ਠੂਆਂ ਨੂੰ ਮਿਥਣ ਦੀ ਅਤੇ ਤੁਹਾਨੂੰ ਤੁਹਾਡੇ ਦੁਸ਼ਮਣਾਂ ਦੀ ਸ਼ਕਤੀ ਨੂੰ ਹਰਾਉਣ ਦੀ ਤਾਕਤ ਦਿੰਦਾ ਹਾਂ। ਕੋਈ ਵੀ ਤੁਹਾਨੂੰ ਸੱਟ ਨਹੀਂ ਮਾਰੇਗੀ। ਪਰ ਪ੍ਰਸ਼ੰਸਾ ਨਾ ਮੁਕੀ ਰੂਹਾਂ ਤੁਹਾਡੀ ਆਗਿਆ ਮੰਨਦੀਆਂ ਹਨ, ਸਗੋਂ ਖੁਸ਼ ਹੋਵੋ ਕਿ ਤੁਹਾਡਾ ਨਾਮ ਸਵਰਗਾਂ ਵਿੱਚ ਲਿਖਿਆ ਹੋਇਆ ਹੈ। ਉਸ ਪਲ ਪਵਿੱਤਰ ਆਤਮਾ ਨੇ ਯਿਸੂ ਨੂੰ ਖੁਸ਼ ਮਹਿਸੂਸ ਕਰਵਾਇਆ ਤਾਂ ਯਿਸੂ ਨੇ ਆਖਿਆ, ਹੇ ਪਿਆਰੇ ਪਿਤਾ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤ ਕਰਦਾ ਕਿਉਂਕਿ ਤੂੰ ਇਹਨਾਂ ਗੱਲਾਂ ਨੂੰ ਗਿਆਨਤੀ ਅਤੇ ਚਾਤਰ ਲੋਕਾਂ ਤੋਂ ਲੁਕੋਇਆ ਹੈ, ਪਰ ਬੱਚਿਆਂ ਨੂੰ ਪ੍ਰਸ਼ੰਸਾ ਕੀਤਾ ਹੈ। ਮੇਰੇ ਪਿਤਾ ਜੀ, ਇਹ ਸਭ ਇਸ ਲਈ ਕੀਤਾ ਕਿਉਂਕਿ ਅਜਿਹਾ ਹੀ ਕਰਨਾ ਸੱਚ ਪ੍ਰੇਸ਼ਨ ਹੈ। ਮੇਰੇ ਪਿਤਾ ਨੇ ਮੈਨੂੰ ਸਭ ਕੁਝ ਸੌਂਪਿਆ। ਕੋਈ ਮਨੁੱਖ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ, ਕੇਵਲ ਪਿਤਾ ਜਾਣਦਾ ਹੈ, ਅਤੇ ਇਹ ਵੀ ਕੇਵਲ ਪੁੱਤਰ ਹੀ ਜਾਣਦਾ ਹੈ ਪਿਤਾ ਕੌਣ ਹੈ। ਅਤੇ ਜਿਹੜੇ ਲੋਕਾਂ ਨੂੰ ਪੁੱਤਰ ਪ੍ਰਗਟ ਕਰਨਾ ਚਾਹੁੰਦਾ ਪਿਤਾ ਕੋਲ, ਕੇਵਲ ਉਹ ਹੀ ਪਿਤਾ ਨੂੰ ਜਾਣ ਸਕਦੇ ਹਨ। ਤਦ ਉਹ ਆਪਣੇ ਚੇਲਿਆਂ ਵੱਲ ਮੁੜਿਆ ਅਤੇ ਉਹਨਾਂ ਨੇ ਗੁਪਤ ਤਰੀਕੇ ਨਾਲ ਕਿਹਾ, ਧੰਨ ਉਹ ਮਨੁੱਖ ਅੱਖਾਂ ਜੋ ਦੇਖਦੀਆਂ ਹਨ ਅਤੇ ਜੋ ਸੁਣਦੀਆਂ ਹਨ, ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿ ਬਹੁਤ ਸਾਰੇ ਰਾਜੇ ਨਵੀ ਇਹਨਾਂ ਗੱਲਾਂ ਵੇਖਣਾ ਚਾਹੁੰਦੇ ਸੀ ਜੋ ਇਹ ਨਾ ਵੇਖ ਸਕੇ। ਉਹ ਇਹ ਸੁਣਨਾ ਚਾਹੁੰਦੇ ਸੀ ਜੋ ਤੁਸੀਂ ਸੁਣਦੇ ਹੋ ਪਰ ਨਾ ਸੁਣ ਸਕੇ। ਤਦ ਇੱਕ ਨੇਮ ਦੇ ਉਪਦੇਸ਼ੀ ਉੱਠਿਆ ਖਲੋਤਾ। ਉਹ ਯਿਸੂ ਨੂੰ ਪਰਖਣਾ ਚਾਹੁੰਦਾ ਸੀ ਤੇ ਉਸਨੇ ਕਿਹਾ, ਗੁਰੂ ਜੀ, ਸੰਦੀਪਕ ਜੀਵਨ ਪਾਉਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ? ਆਮੀਨ। ਮੱਤੀ ਦੀ ਇੰਜੀਲ ਚੈਪਟਰ 18 ਵਰਸ 18 ਤੋਂ ਲੈ ਕੇ ਤੁਸੀਂ 25 ਵਰਸ ਤੱਕ ਪੜ੍ਹ ਸਕਦੇ ਹੋ। ਔਰ ਪਰਮੇਸ਼ਰ ਦੀ ਬਰਕਤ ਤੁਹਾਡੇ ਨਾਲ ਹੋਵੇ ਔਰ ਪਰਮੇਸ਼ਰ ਤੁਹਾਨੂੰ ਹਰ ਵਕਤ ਖੁਸ਼ ਪਦਾਰਥ ਕਰੇ ਔਰ ਤੁਹਾਡੀਆਂ ਜ਼ਿੰਦਗੀਆਂ 'ਚ ਹਮੇਸ਼ਾ ਭਰਾ ਰਵੇ। ਹਰ ਤੁਹਾਡਾ ਘਰ ਪਰਿਵਾਰ, ਤੁਹਾਡਾ ਘਰਾਂ 'ਚ ਜੋ ਪਰਮੇਸ਼ਰ ਨੇ ਖੇਤੀ ਬੀਜੀ ਏ ਸੀਡ ਦੇ ਥਰੂ, ਉਹਨਾਂ ਦੀਆਂ ਜ਼ਿੰਦਗੀਆਂ 'ਚ ਪਿਤਾ ਜੀ ਆ ਵਚਨ ਖਿੜਨ ਔਰ ਉਹਨਾਂ ਦੀਆਂ ਜ਼ਿੰਦਗੀਆਂ 'ਚ ਪਿਤਾ ਜੀ ਤੁਹਾਡੀ ਲੈਟ ਔਰ ਪੀਸ ਔਰ ਮਸਾ ਹੋਏ। ਉਹਨਾਂ ਦੀਆਂ ਜ਼ਿੰਦਗੀਆਂ 'ਚ ਤੁਹਾਡੀ ਬਰਕਤ ਹੋਏ। ਜੀਸਸ ਨੇਮ ਆਮੀਨ। ਔਰ ਪਿਤਾ ਜੀ, ਜੋ ਵੀ ਬਲੀਵਰ ਨੇ, ਅਨਬਲੀਵਰ ਨੇ, ਜੋ ਤੁਹਾਡੀ ਆ ਪ੍ਰਾਰਥਨਾ ਸੁਣ ਕੇ ਕੁਛ ਮੰਗਣ, ਪਿਤਾ ਜੀ ਉਹਨਾਂ ਦੇ ਡਿਜ਼ਾਇਰ ਨੂੰ ਪੂਰਾ ਕਰਨਾ ਆਪਣੇ ਸ਼ਾਹੀ ਖਜ਼ਾਨੇ 'ਚ। ਆਮੀਨ। ਔਰ ਪਿਤਾ ਜੀ ਉਹਨਾਂ ਦੇ ਘਰਾਂ ਨੂੰ, ਉਹਨਾਂ ਦੇ ਰੂਫ ਨੂੰ, ਉਹਨਾਂ ਦੇ ਇਰਦ ਗਿਰਦ, ਉਹਨਾਂ ਦੇ ਚਾਰ ਚੁਫੇਰੇ, ਉਹਨਾਂ ਦੇ ਪਰਿਵਾਰਾਂ ਨੂੰ, ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਖਾਣੇ ਪੀਣੇ ਨੂੰ ਯਿਸੂ ਤੇਰੇ ਖੂਨ 'ਚ ਪਾ ਕੇ, ਉਹਨਾਂ ਦੇ ਘਰਾਂ ਤੋਂ, ਰੂਫ ਤੋਂ ਇਰਦ ਗਿਰਦ, ਬੈਡਰੂਮਾਂ ਨੂੰ, ਬਿਸਤਰਿਆਂ ਨੂੰ, ਉਹਨਾਂ ਦੇ ਅਗਰ ਕਿਸੇ ਨੇ ਕੁਝ ਖਿਲਾ ਦਿੱਤਾ ਹੈ ਉਹਨਾਂ ਨੂੰ ਟੋਲਟਾ ਔਰ ਉਲਟੀ ਰਸਤੇ ਪਿਤਾ ਜੀ ਉਹਨਾਂ ਨੂੰ ਡਿਲੀਵਰ ਕਰਨਾ। ਜੀਸਸ ਨੇਮ ਆਮੀਨ। ਔਰ ਉਹਨਾਂ ਦੇ ਦਿਲ ਦਿਮਾਗ ਨੂੰ, ਉਹਨਾਂ ਦੇ ਜੋੜਾਂ ਨੂੰ, ਉਹਨਾਂ ਦੇ ਹੱਡੀਆਂ ਦੇ ਇੱਕ ਇੱਕ ਅੰਗ ਨੂੰ ਪਿਆਰੇ ਪਿਤਾ ਜੀ ਤੇਰੇ ਪਾਕ ਲਹੂ, ਤੇਰੇ ਜ਼ਖਮੀ ਖੂਨ ਜੋ ਤੁਸੀਂ ਸਾਡੇ ਪਾਪਾਂ ਦੇ ਲਈ ਕੋੜੇ ਖਾ ਕੇ ਕਾਹਿਲ ਹੋਏ ਸੀ, ਉਹ ਤੁਹਾਡੇ ਖੂਨ ਨਾਲ ਉਹਨਾਂ ਦੇ ਜਿਸਮ ਨੂੰ ਧੋ ਦਿੰਦੇ ਆ। ਜੀਸਸ ਨੇਮ ਆਮੀਨ। ਔਰ ਉਹਨਾਂ ਦੇ ਆਲੇ ਦੁਆਲੇ ਪਿਤਾ ਤੇਰੇ ਫਰਿਸ਼ਤੋਂ ਦੀ ਤੇਰੇ ਖੂਨ ਦੀ ਬਾੜ ਲਗਾਉਂਦੀਆਂ, ਯਹੋਵਾ ਜਰੀ ਦੇ ਨਾਮ 'ਚ ਮੰਗਦੀਆਂ। ਆਮੀਨ। ਔਰ ਪਰਮੇਸ਼ਰ ਦਾ ਧੰਨਵਾਦ ਕਰਦੀਆਂ। ਮੇਰੇ ਭੈਣੋ ਔਰ ਭਰਾਵੋ, ਵਚਨ ਸੁਣਦੇ ਹੋ, ਵਚਨਾਂ ਨੂੰ ਦੂਜਿਆਂ ਦੇ ਵਿੱਚ ਭੇਜਿਆ ਕਰੋ। ਸਾਨੂੰ ਨਹੀਂ ਪਤਾ ਕਿਹੜੀ ਮਾਂ ਦੁਖੀ ਹੈ, ਕਿਹੜੀ ਭੈਣ ਦੁਖੀ, ਕਿਹੜਾ ਫਾਦਰ ਦੁਖੀ, ਕਿਹੜਾ ਪਿਤਾ ਦੁਖੀ ਹੈ ਨਾ। ਪੂਰੀ ਕੌਮ ਦੇ ਵਿੱਚ ਕੋਈ ਨਾ ਕੋਈ, ਕਿਸੇ ਨਾ ਕਿਸੇ ਦੇ ਘਰ 'ਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਹੈਗਾ। ਅਤੇ ਜਦੋਂ ਅਸੀਂ ਪਰਮੇਸ਼ਰ ਦੇ ਵਚਨ ਸੁਣ ਕੇ ਦੂਜਿਆਂ ਦੀ ਜ਼ਿੰਦਗੀ 'ਚ ਰਿਲੀਜ਼ ਕਰਦੇ ਹਾਂ, ਉਹਨਾਂ ਦੀ ਜ਼ਿੰਦਗੀ 'ਚ ਵੀ ਇੱਕ ਮਸਟਰਡ ਸੀਡ ਜਿੰਨੀ ਉਮੀਦ ਆ ਜਾਂਦੀ ਹੈ ਕਿ ਮੈਂ ਵੀ ਉਸ ਪਰਮੇਸ਼ਰ ਕੋਲ ਜਾਵਾਂ ਜਿਨ੍ਹਾਂ ਨੇ ਇਸ ਭੈਣ ਦੀ ਜਾਂ ਉਸ ਭਾਈ ਦੀ ਮਦਦ ਕੀਤੀ, ਸ਼ਾਇਦ ਮੇਰੀ ਵੀ ਮਦਦ ਕਰ ਦੇਣ। ਤੁਹਾਨੂੰ ਅਗਰ ਤੁਸੀਂ ਬਾਈਬਲ ਪੂਰੀ ਪੜ੍ਹੀ ਹੋਈ ਅਤੇ ਓਲਡ ਟੈਸਟਮੈਂਟ 'ਚ ਕੀ ਸੀ, ਜਿਹੜੇ ਲੋਕ ਬੁੱਧ ਪ੍ਰਸਤੀਆਂ ਕਰਦੇ ਸੀ ਉਹ ਪਰਮੇਸ਼ਰ ਨੂੰ ਛੱਡ ਕੇ ਬੁੱਧ ਪ੍ਰਸਤੀਆਂ ਦੇ ਪਿੱਛੇ ਭੱਜਦੇ ਸੀ। ਉਹਨਾਂ ਦੇ ਬੁੱਤਾਂ ਨੇ ਇਹ ਕੀਤਾ ਸ਼ਾਇਦ ਮੇਰਾ ਵੀ ਹੋ ਜੇ, ਬਲਕਿ ਉਹ ਉਸ ਤੋਂ ਜ਼ਿਆਦਾ ਬਰਬਾਦ ਹੋ ਜਾਂਦੇ ਸੀ। ਇਸ ਲਈ ਸਾਨੂੰ ਪਰਮੇਸ਼ਰ ਦੇ ਵਚਨਾਂ 'ਤੇ ਡਟ ਕੇ ਖਲੋਣਾ ਹੈ ਔਰ ਸ਼ੈਤਾਨ ਦਾ ਮੁਕਾਬਲਾ ਕਰਨਾ ਹੈ ਔਰ ਯਿਸੂ ਮਸੀਹ ਦੇ ਨਾਂ 'ਚ ਉਹਨੂੰ ਹਰਾ ਦੇਣਾ ਹੈ। ਔਰ ਯਿਸੂ ਦੀ ਦਲੇਰੀ ਦੀ ਆਤਮਾ, ਪਾਕ ਲਹੂ ਦੀ ਆਤਮਾ, ਪਵਿੱਤਰ ਆਤਮਾ ਦੀ ਆਤਮਾ, ਜੋਏ ਔਰ ਪੀਸ, ਖੁਸ਼ੀ ਤੁਹਾਡੀਆਂ ਜ਼ਿੰਦਗੀਆਂ 'ਚ ਰਿਲੀਜ਼ ਕਰਦੀਆਂ, ਯਹੋਵਾ ਜਰੀ ਦੇ ਨਾਮ 'ਚ। ਆਮੀਨ। ਔਰ ਸ਼ੈਤਾਨੀ ਤਾਕਤਾਂ ਨੇੜੇ ਦੇ ਸ਼ਕਤੀਆਂ ਨੂੰ ਹੁਕਮ ਦੇਣੀਆਂ, ਆਈ ਕਮਾਂਡ ਐਵਰੀ ਡਿਮੋਨਿਕ ਸਪਿਰਿਟ ਇਨ ਜੀਸਸ ਨੇਮ, ਇਹਨਾਂ ਦੀਆਂ ਜ਼ਿੰਦਗੀਆਂ 'ਚ ਜੋ ਮੈਂ ਰਿਲੀਜ਼ ਕੀਤਾ ਹੈ ਯਿਸੂ ਦੇ ਖੂਨ 'ਚ ਛੁਪਾ ਦਿੱਤਾ ਹੈ। ਜੀਸਸ ਨੇਮ ਆਮੀਨ। ਗੋਡ ਬਲੈਸ ਯੂ। ਪਰਮੇਸ਼ਰ ਦੀ ਮਰਜ਼ੀ ਹੋਏਗੀ ਤਾਂ ਅਸੀਂ ਫਿਰ ਮਿਲਾਂਗੇ। ਜੈ ਮਸੀਹ ਦੀ। ਔਰ ਮੈਂ ਧੰਨਵਾਦ ਕਰਦੀ ਹਾਂ, ਸ਼ੁਕਰਗੁਜ਼ਾਰ ਕਰਦੀ ਹਾਂ। ਆਮੀਨ।